कर दो। वाहिगुरु साहिब जी दंडोत वंदन कवार सर्व कला समरथ लोलन दे राखो प्रभु नानक दे कर हथ अगम अगोचर सच साहिब मेरा नानक भूलै बुलाया तेरा बेशुमार अथाह अगणत अतुल्य ज्यों बुलावो त्यों नानक दास बोलै सतनाम श्री वाहिगुरु साहिब जी जिह बाज न जिया जाई जो मिलै तकाल गाई सद जीवन भलो कहाई मूए बिन जीवन नाई अब क्या कथिय ज्ञान विचारा निज निरखत गत व्यवहारा रहाओ। वाहिगुरु जी का खालसा वाहिगुरु जी की फतेह। परम सत्कारयोग सतगुरु जी दी साजी निवाजी गुरु रूप गुरु खालसा साध संगत जीओ। गुरबाणी इस जग में चानन करम वसै मन आए। गुरबाणी दा महान चानन प्रकाश जो साडे जीवन नूं रुशनाण वाला है, साडे जीवन नूं उजला करन वाला है, साडे जीवन नूं पवित्र करन वाला है। ये चानन, ये नूर, ये प्रकाश वाहिगुरु दी बख्शिश नाल ही प्राप्त होंदा है, वाहिगुरु दी बख्शिश नाल ही मन विच वसदा है। सो आओ समा बनिया गुरबाणी की कथा नाल जुड़न दा। गुरु पातशाह जी के चरणों विच अरदास बेनती जोदड़ी है, गरीब नवाज कृपा करो। गुरबाणी का महान प्रकाश चानन नूर साडे मन विच वस जावे। गुरबाणी इस जग में चानन करम वसै मन आए। जिवें साडे इस तन नूं चानण दी लोड़ है, जेकर तन नूं चानण ना मिले ये तन किसी खूह विच डिग जावेगा, किसी दरिया विच जा डिगेगा, किसी जानवर की पकड़ विच आ जाएगा, दुख पावेगा, किते दा टकराव हो जाएगा। इस करके आपां चानण नूं लभ्या, चानण नाल जुड़े, चानण दे स्रोत पैदा कीते। अज वेखो मनुख गड्डी ते सफ़र कर रहा है, इन्हें गड्डी दे अगे लाइटां ला लईआं, चानण दा स्रोत उत्थे भी प्रगट कर लिया। भाव के हर एक पक्ष तो इस तन नूं चानण दी लोड़ सी ते चानण नूं खोजिया, चानण दे नाल जुड़ के इस तन नूं सुख देना कीता है। इसे तरह साडे मन नूं भी चानण दी लोड़ है, मन नूं भी प्रकाश दी लोड़ है। वो प्रकाश किहड़ा है? वाहिगुरु दे नाम दा, गुरबाणी दे नूर दा, गुरबाणी दे प्रकाश दा। वो प्राप्त किवें होवेगा? वाहिगुरु दी बख्शिश नाल प्राप्त होवेगा। गुरबाणी इस जग में चानण करम वसै मन आए। ओदी बख्शिश नाल ही शब्द गुरबाणी साडे मन विच वसेगी। जे दिन ये मन प्रकाशित हो गया
ਉਸ ਦਿਨ ਜੀਵਨ ਦਾ ਅਸਲੀ ਆਨੰਦ ਆਵੇਗਾ। ਜਦੋਂ ਤੱਕ ਮਨ ਵਿੱਚ ਪ੍ਰਕਾਸ਼ ਨਹੀਂ ਹੈ, ਆਪਾਂ ਠੋਕਰਾਂ ਖਾ ਰਹੇ ਹਾਂ। ਘਰ ਦੇ ਵਿੱਚ ਕਿੰਨਾ ਵੀ ਖੁਸ਼ੀ ਦਾ ਮਾਹੌਲ ਹੋਵੇ, ਪਰ ਜੇ ਹਨੇਰਾ ਹੈ, ਲਾਈਟ ਨਹੀਂ, ਪ੍ਰਕਾਸ਼ ਨਹੀਂ, ਤਾਂ ਉਹ ਖੁਸ਼ੀ ਵੀ ਸਾਨੂੰ ਸਵਾਦ ਨਹੀਂ ਦਿੰਦੀ, ਉਹਦਾ ਵੀ ਰਸ ਨਹੀਂ ਆਉਂਦਾ। ਇਸ ਕਰਕੇ ਜਦੋਂ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ, ਆਪਾਂ ਸਾਰੇ ਘਰ ਨੂੰ ਰੋਸ਼ਨੀ ਦੇ ਨਾਲ ਰੁਸ਼ਨਾ ਦਿੰਦੇ ਹਾਂ। ਕਾਰਨ ਪੁੱਛਿਆ ਜਾਵੇ ਬਈ ਤੁਹਾਡੇ ਘਰ ਨੂੰ, ਸਾਰੀ ਕੋਠੀ ਨੂੰ ਤੁਸੀਂ ਚਾਨਣ ਨਾਲ ਭਰ ਦਿੱਤਾ ਹੈ, ਲਾਈਟੀਆਂ ਲੜੀਆਂ ਲਾ ਕੇ, ਇੰਨਾ ਚਾਨਣ ਕਰਨ ਦੀ ਕੀ ਲੋੜ ਸੀ? ਸਾਡੇ ਘਰ ਵਿੱਚ ਖੁਸ਼ੀ ਹੈ ਜੀ। ਘਰ ਤਾਂ ਉਹ ਪਹਿਲਾਂ ਵਾਲਾ ਹੀ ਹੈ। ਤਾਂ ਇਸੇ ਤਰ੍ਹਾਂ ਗੁਰਮੁਖੋ, ਜੇ ਦਿਨ ਗੁਰਬਾਣੀ ਦਾ ਚਾਨਣ ਆ ਗਿਆ, ਉਹ ਦਿਨ ਜੀਵਨ ਦਾ ਰਸ ਕੁਝ ਹੋਰ ਹੋਵੇਗਾ। ਉਸ ਜੀਵਨ ਦੀ ਪ੍ਰਾਪਤੀ ਵਾਸਤੇ ਆਪਾਂ ਨੂੰ ਇਹ ਸਰੀਰ ਮਿਲਿਆ, ਇਹ ਕਾਇਆ ਮਿਲੀ ਹੈ। ਇਸ ਨੂੰ ਗੁਰੂ ਦੀ ਮੱਤ ਦੇ ਅਨੁਸਾਰ ਚਲਾ ਕੇ ਆਪਾਂ ਉਹਦੀ ਪ੍ਰਾਪਤੀ ਕਰਨੀ ਹੈ। ਸੋ ਆਓ ਗੁਰਬਾਣੀ ਦੀ ਮਹਾਨ ਕਥਾ, ਜਿਸ ਦੇ ਵਿੱਚ ਸਾਨੂੰ ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਹਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ 'ਚ ਹਾਜ਼ਰੀ ਲਵਾਓ। ਪਿਆਰ ਸਹਿਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਬਾਜ ਨ ਜੀਆ ਜਾਈ, ਜੋ ਮਿਲੈ ਤਾ ਘਾਲ ਅਗਾਈ। ਜਿਸ ਵਾਹਿਗੁਰੂ ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ। ਗੁਰਮੁਖਾਂ ਦੀ ਨਾਮ ਅਭਿਆਸੀਆਂ ਦੀ ਅਵਸਥਾ ਭਗਤ ਕਬੀਰ ਸਾਹਿਬ ਜੀ ਬਿਆਨ ਕਰ ਰਹੇ ਨੇ 655 ਅੰਗ ਤੇ। ਵਾਹਿਗੁਰੂ ਪਰਮਾਤਮਾ ਜੀਵਨ ਦਾ ਆਧਾਰ ਬਣ ਗਿਆ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਜੋਤੀ ਜੋਤ ਸਮਾਨ ਦਾ ਅੱਜ ਗੁਰਪੁਰਬ ਹੈ। ਗੁਰੂ ਅਮਰਦਾਸ ਮਹਾਰਾਜ ਜੀ ਆਪਾਂ ਨੂੰ ਰੋਜ਼ ਕਹਿੰਦੇ ਨੇ, ਗੁਰਮੁਖਾਂ ਦੀ ਉਹ ਅਵਸਥਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਸੱਚਾ ਨਾਮ ਵਾਹਿਗੁਰੂ ਦਾ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਆਧਾਰ ਮੀਨ, ਜਿਵੇਂ ਸਾਡੇ ਇਸ ਸਰੀਰ ਦਾ ਆਧਾਰ ਸਵਾਸ ਨੇ। ਜੇ ਸਵਾਸ ਨਹੀਂ ਤਾਂ ਇਹ ਸਰੀਰ ਖਤਮ। ਜਦੋਂ ਸਵਾਸ ਟੁੱਟ ਰਹੇ ਹੁੰਦੇ ਨੇ ਬੰਦੇ ਦੇ, ਤੇ ਲੱਗ ਜਾ ਪਤਾ ਹੋ ਜਾਂਦਾ ਵੀ ਹੁਣ ਇਹ ਜੀਵਨ ਖਤਮ ਹੋ ਰਿਹਾ ਹੈ। ਵਾਹਿਗੁਰੂ ਦਾ ਨਾਮ ਸਾਡੇ ਜੀਵਨ ਦਾ ਆਧਾਰ ਬਣ ਗਿਆ, ਆਸਰਾ ਬਣ ਗਿਆ। ਤਾਂ ਹੀ ਤੇ ਮਹਾਰਾਜ ਕਹਿੰਦੇ, ਹੁਣ ਆਖਾਂ ਜੀਵਾਂ ਵਿਸਰੈ ਮਰ ਜਾਉ। ਉਹ ਅਵਸਥਾ ਬਣ ਗਈ ਹੈ। ਹੁਣ ਨਾਮ ਤੋਂ ਬਿਨਾਂ ਨਹੀਂ ਜੀਵਿਆ ਜਾ ਸਕਦਾ। ਨਾਮ ਬਿਨਾਂ ਨਹੀਂ ਜੀਵਿਆ ਜਾਏ। ਵੱਡਾ ਭਾਗ ਗੁਰਮੁਖ ਹਰਿ ਪਾਏ। ਉਹ ਆਧਾਰ ਬਣ ਗਿਆ ਨਾਮ। ਪਰ ਉਹ ਨਾਮ ਆਧਾਰ ਕਿਵੇਂ ਬਣਿਆ ਹੈ? ਗੁਰੂ ਦੀ ਮੱਤ ਦੇ ਨਾਲ ਜਦੋਂ ਸ਼ਬਦ ਦਾ ਅਭਿਆਸ ਕੀਤਾ ਹੈ। ਹੁਣ ਉਹਦੇ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ। ਬੜਾ ਸੋਹਣਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਈ ਜੀਵਾਂ ਦਾ ਦੇ ਕੇ ਸਮਝਾਉਣਾ ਕਰਦੇ ਨੇ। ਰੱਬ ਦੇ ਪਿਆਰਿਆਂ ਦੀ ਪ੍ਰੀਤ ਰੱਬ ਨਾਲ ਕਿਵੇਂ ਹੈ? ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ। ਬੂੰਦ ਵਿਹੂਣਾ ਚਾਤ੍ਰਿਕੋ, ਕਿਉਂ ਕਰ ਤ੍ਰਿਵਤਾਵੈ। ਨਾਦ ਕੁਰੰਕੈ ਵਿਦਿਆ, ਸਨਮੁਖ ਉਠ ਧਾਵੈ। ਭਵਰ ਲੋਭੀ ਕੁਸਮ ਬਾਸਕਾ, ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ। ਤੁਹਾਡੀ ਪ੍ਰੀਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਰੋਜ਼ ਭੱਜੇ ਚਲੇ ਆਉਂਦੇ ਹੋ, ਸਵੇਰੇ ਸ਼ਾਮ ਖਿੱਚੇ ਚਲੇ ਆਉਂਦੇ ਹੋ ਨਾ।
ਉਹ ਵੀ ਲੋਕ ਨੇ ਜਿਨ੍ਹਾਂ ਦਾ ਗੁਰੂ ਘਰ ਵਿੱਚ ਵੜਨ ਨੂੰ ਮਨ ਹੀ ਨਹੀਂ ਕਰਦਾ। ਸਰੀਰ ਤਾਂ ਆਪਣੇ ਵਰਗਾ ਹੀ ਹੈ ਉਹਨਾਂ ਕੋਲ ਵੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਮਛਲੀ ਦੀ ਪਾਣੀ ਨਾਲ ਪ੍ਰੀਤ ਹੈ, ਪਾਣੀ ਤੋਂ ਬਾਹਰ ਕੱਢੋ ਤੜਫਣ ਲੱਗ ਜਾਂਦੀ ਹੈ। ਗੁਰੂ ਦਾ ਸਿੱਖ ਉਹ ਵੀ ਜੇ ਦਿਨ ਬਾਣੀ ਨਾ ਪੜ੍ਹੇ, ਨਾਮ ਨਾ ਜਪੇ, ਦਰਸ਼ਨ ਨਾ ਕਰੇ, ਤੜਫਣ ਲੱਗ ਜਾਂਦਾ ਹੈ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਵਤਾਵੈ। ਸਵੰਤੀ ਬੂੰਦ ਹੀ ਬਬੀਹੇ ਦੀ ਪਿਆਸ ਬੁਝਾਉਂਦੀ ਹੈ। ਧਰਤੀ ਤੇ ਕਿੰਨਾ ਵੀ ਪਾਣੀ ਹੈ, ਇਹਦੇ ਨਾਲ ਉਹਦੀ ਪਿਆਸ ਨਹੀਂ ਬੁਝਦੀ। ਧਰਤੀ ਤੇ ਕਿੰਨੇ ਵੀ ਪਦਾਰਥ ਨੇ, ਗੁਰਮੁਖ ਨੂੰ ਨਾਮ ਜਪ ਕੇ ਹੀ ਤ੍ਰਿਪਤੀ ਹੁੰਦੀ ਹੈ। ਕਿੰਨੇ ਨਾਟਕ ਚੇਟਕ ਬੜਾ ਕੁਝ ਹੈ, ਗੁਰਮੁਖ ਦਾ ਮਨ ਉਧਰ ਪਰਚਦਾ ਹੀ ਨਹੀਂ ਹੈ। ਵੇਖੋ, ਇੱਕ ਬਬੀਹੇ ਨੂੰ ਛੱਡ ਕੇ ਬਾਕੀ ਸਾਰੇ ਜੀਵ ਜਿਹੜੇ ਨੇ ਧਰਤੀ ਦੇ ਜਲ ਨੂੰ ਪ੍ਰਵਾਨ ਕਰਦੇ ਨੇ, ਪੀਂਦੇ ਨੇ, ਰੋਜ਼ ਹੰਡਾਉਂਦੇ ਨੇ, ਵਰਤਦੇ ਨੇ। ਇੱਕ ਬਬੀਹਾ ਹੈ ਜਿਹੜਾ ਸਵੰਤੀ ਬੂੰਦ ਜਦੋਂ ਆਕਾਸ਼ ਵਿੱਚੋਂ ਗਿਰਦੀਆਂ ਨੇ ਉਹਨਾਂ ਨੂੰ ਕੈਚ ਕਰਦਾ, ਪੀਂਦਾ, ਤੇ ਤਾਂ ਉਹਦੀ ਤ੍ਰਿਪਤੀ ਹੁੰਦੀ ਹੈ। ਕਿੰਨੀ ਦੁਨੀਆ ਦੇ ਪਦਾਰਥਾਂ ਵਿੱਚ, ਨਾਟਕਾਂ ਚੇਟਕਾਂ ਵਿੱਚ ਖਚਤ ਹੋ ਰਹੀ ਹੈ। ਗੁਰਮੁਖ ਦਾ ਮਨ ਇਹਨਾਂ ਵਿੱਚ ਨਹੀਂ ਜੁੜਦਾ। ਉਹ ਤਾਂ ਨਾਮ ਦੀ ਸਵੰਤੀ ਬੂੰਦ ਪੀ ਕੇ ਹੀ ਤ੍ਰਿਪਤ ਹੁੰਦਾ ਹੈ। ਬੜਾ ਸੋਹਣਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ। ਬੂੰਦ ਵਿਹੂਣਾ ਚਾਤਰਿਕੋ ਕਿਉ ਕਰ ਤ੍ਰਿਵਤਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉਠ ਧਾਵੈ। ਜਿਵੇਂ ਹਰਨ ਦਾ ਸ਼ਬਦ ਨਾਲ ਪਿਆਰ ਹੈ, ਨਾਦ ਨਾਲ ਪਿਆਰ ਹੈ। ਜਦੋਂ ਘੰਡੇ ਹੇੜੇ ਦਾ ਸ਼ਬਦ ਵਜਾਇਆ ਜਾਂਦਾ ਹੈ, ਦੌੜਿਆ ਚਲਿਆ ਆਉਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਭਵਰ ਨੂੰ ਲੋਭ ਹੈ, ਉਹਦੀ ਪ੍ਰੀਤ ਹੈ, ਫੁੱਲਾਂ ਦੀ ਵਾਸ਼ਨਾ ਨਾਲ ਖਿੱਚਿਆ ਚਲਿਆ ਆਉਂਦਾ ਹੈ। ਭਾਵੇਂ ਮਰ ਜਾਂਦਾ ਹੈ ਪਰ ਪਿੱਛੇ ਨਹੀਂ ਹਟਦਾ। ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ। ਜੇ ਬਾਜ ਨਾ ਜੀਆ ਜਾਈ, ਜੋ ਮਿਲੈ ਤਾਂ ਘਾਲ ਅਗਾਈ। ਜਦੋਂ ਮਿਲ ਪੈਂਦਾ ਹੈ ਘਾਲਣਾ ਥਾਂ ਪੈ ਜਾਂਦੀ ਹੈ, ਤ੍ਰਿਪਤੀ ਹੋ ਜਾਂਦੀ ਹੈ। ਸਦ ਜੀਵਨ ਭਲੋ ਕਹਾਹੀ, ਉਹ ਜੀਵਨ ਜਿਹਦੇ ਵਿੱਚ ਸਦਾ ਹੀ ਭਲਾ ਹੈ। ਜਿਸ ਜੀਵਨ ਨੂੰ ਦੁਨੀਆ ਵੀ ਕਹਿ ਦਿੰਦੀ ਹੈ ਇਹ ਜੀਵਨ ਧਨ ਹੈ, ਇਹ ਧਨ ਹੈ, ਉਹ ਜੀਵਨ ਮਿਲਦਾ ਕਿਵੇਂ ਹੈ? ਆਤਮਕ ਜੀਵਨ ਜਿਸ ਦੀ ਇਹ ਗੱਲ ਚੱਲ ਰਹੀ ਹੈ। ਮੂਏ ਬਿਨ ਜੀਵਨ ਨਾਹੀ, ਮਰਨਾ ਪਏਗਾ। ਦੁਨੀਆ ਦੀ ਲੋਕ ਲਾਜ ਛੱਡਣੀ ਪਵੇਗੀ। ਜਦੋਂ ਤੱਕ ਆਪਾਂ ਦੁਨੀਆ ਦੀ ਲੋਕ ਲਾਜ ਨਹੀਂ ਛੱਡਦੇ, ਆਪਾਂ ਨੂੰ ਉਹ ਜੀਵਨ ਨਹੀਂ ਪ੍ਰਾਪਤ ਹੋ ਸਕਦਾ। ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ। ਅੱਗੇ ਇੱਕ ਗੱਲ ਆਖੀ ਹੈ ਗੁਰੂ ਮਹਾਰਾਜ ਜੀ ਨੇ, ਆਪ ਗਵਾਏ। ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ, ਸ਼ਬਦ ਨਾਲ ਜੁੜ ਕੇ ਸੀਤਲ ਹੋਏਗਾ। ਆਤਮਕ ਠੰਡ ਨੂੰ ਪਾ ਲਵੇਗਾ, ਪਰ ਕਿਵੇਂ? ਆਪ ਗਵਾਏ, ਆਪਾ ਆਪ ਗਵਾਣਾ ਪਵੇਗਾ। ਭਾਵੇਂ ਦਾਸ ਵੀ ਕਥਾ ਕਰਦਾ ਹੈ, ਆਪਾਂ ਸਾਰੇ ਬਾਣੀ ਪੜ੍ਹਦੇ ਹਾਂ, ਪਰ ਅਜੇ ਮਾਫ ਕਰਨਾ, ਆਪਾ ਆਪ ਗਵਾਇਆ ਨਹੀਂ ਗਿਆ। ਅਜੇ ਸਾਡੀ ਹੋਮੈ ਮਰੀ ਨਹੀਂ ਹੈ। ਇਹ ਗੱਲ ਵੱਖਰੀ ਹੈ। ਚਲੋ ਆਪਾਂ ਕਥਾ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਪਰ ਆਪਾ ਗਵਾਣਾ ਗੱਲ ਕੁਝ ਹੋਰ ਹੈ। ਆਪਾ ਗਵਾਉਣ ਵਾਲਾ ਕੋਈ ਵਿਰਲਾ ਹੈ, ਕਿਉਂਕਿ ਇਹ ਗਵਿੰਦਾ ਹੀ ਨਹੀਂ ਹੈ। ਬੜੀ ਹੋਮੈ ਆ ਜਾਂਦੀ ਕਿਤੇ ਨਾ ਕਿਤੇ, ਕਈ ਪ੍ਰਕਾਰ ਦੀ ਹੋਮੈ। ਦੇਖੋ ਆਪਣੀ ਤਾਂ ਪਾਇਆ ਕੀ ਹੈ। ਬ੍ਰਹਮਾ ਜੀ ਜਿਹਨੇ ਕਹਿੰਦੇ 4 ਵੇਦ ਉਚਾਰਨ ਕੀਤੇ, ਇੰਨਾ ਵੱਡਾ ਗਿਆਨੀ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬ੍ਰਹਮੇ ਨੂੰ ਹੰਕਾਰ ਹੋ ਗਿਆ, ਇੰਨੀ ਵੱਡੀ ਪਾਇਆ ਦਾ ਮਾਲਕ, ਆਪਣੇ ਕਰਤੇ ਨੂੰ ਨਹੀਂ ਜਾਣਿਆ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਆਪਣੇ ਕਰਤੇ ਨੂੰ ਭੁੱਲ ਗਿਆ, ਹੰਕਾਰ ਆ ਗਿਆ।
ਆਪਾਂ ਵੇਦ ਤਾਂ ਕੀ ਉਚਾਰਨੇ ਨੇ, ਆਪਾਂ ਤੇ ਜੇ ਪੜ੍ਹਨ ਦੇ ਵੀ ਲਾਇਕ ਨਹੀਂ, ਮਾਫ ਕਰਨਾ। ਸਾਨੂੰ ਤਾਂ ਅਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੁੱਧ ਨਹੀਂ ਪੜ੍ਹਨੀ ਆਈ। ਬਾਣੀ ਉਚਾਰਨ ਵਾਲੀ ਅਵਸਥਾ ਤਾਂ ਬਹੁਤ ਵੱਡੀ ਅਵਸਥਾ ਕਿ ਅਸੀਂ ਤਾਂ ਸ਼ੁੱਧ ਬਾਣੀ ਵੀ ਪੜ੍ਹ ਲਈਏ ਜੀਵਨ ਵਿੱਚ, ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੋ ਜਾਵੇਗੀ। ਤੇ ਜਿਸ ਬ੍ਰਹਮਾ ਨੇ 4 ਵੇਦ ਉਚਾਰਨ ਕੀਤੇ, ਹੰਕਾਰ ਉਹਨੂੰ ਵੀ ਹੋ ਗਿਆ। ਕਹਿੰਦੇ ਨੇ 36 ਯੁੱਗ ਕਮਲ ਦੀ ਨਾਭ ਵਿੱਚ ਗਿਰਿਆ ਰਿਹਾ। 18 ਯੁੱਗ ਜਾਣ ਤੇ ਲੱਗੇ, 18 ਯੁੱਗ ਆਉਣ ਤੇ ਵਾਪਸ। 36 ਯੁੱਗ ਕੀਓ ਗੁਬਾਰਾ, ਅਰਬਦ ਨਰਬਦ ਧੁੰਦੂ ਘਾਰਾ। ਜਦੋਂ ਲੱਤ ਮਾਰੀ ਨਾ ਆਵਾਜ਼ ਆਈ, ਤੇਰਾ ਜਨਮ ਇਸ ਕਮਲ ਤੋਂ ਹੋਇਆ ਹੈ। ਲੱਤ ਮਾਰੀ, ਉਹਦੇ ਵਿੱਚ ਗਿਰ ਗਿਆ। 18 ਯੁੱਗ ਘੁੰਮਦਾ ਹੀ ਰਿਹਾ, ਥੱਲੇ ਹੀ ਗਈ ਗਿਆ। ਬੇਨਤੀ ਕੀਤੀ, ਵੇਖਿਆ ਅੰਤ ਹੀ ਨਹੀਂ ਆ ਰਿਹਾ। ਬੇਨਤੀ ਕੀਤੀ, ਹੈ ਪਰਮ ਸ਼ਕਤੀ ਮੈਨੂੰ ਬਾਹਰ ਕੱਢੋ। 18 ਯੁੱਗ ਕਹਿੰਦੇ ਬਾਹਰ ਆਉਣ ਤੇ ਲੱਗੇ। ਉਹ 36 ਯੁੱਗ ਗੁਬਾਰ ਹੀ ਬਣਿਆ ਰਿਹਾ। ਇੰਨਾ ਲੰਮਾ ਸਮਾਂ ਇਹਨਾਂ ਨੂੰ ਹੰਕਾਰ ਹੋ ਗਿਆ। ਔਰ ਵੱਡੇ ਵੱਡੇ ਦੇਵੀ ਦੇਵਤੇ, ਰਿਸ਼ੀ ਮੁਨੀ, ਉਹਨਾਂ ਨੂੰ ਵੀ ਹੰਕਾਰ ਦਾ ਜ਼ਿਕਰ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰਤ ਲੈ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। ਹੰਕਾਰ ਨੇ ਗਾਲਤਾ। ਆਪਾ ਭਾਵ ਗਵਾ ਦਿੱਤਾ ਜਾਵੇ ਗੁਰੂ ਦੀ ਮੱਤ ਲੈ ਕੇ, ਫਿਰ ਉਹ ਜੀਵਨ ਮਿਲਦਾ ਹੈ। ਮੂਏ ਬਿਨ ਜੀਵਨ ਨਾਹੀ, ਮਰਨ ਤੋਂ ਬਿਨਾਂ ਉਹ ਜੀਵਨ ਨਹੀਂ ਹੈ। ਆਤਮਕ ਆਨੰਦ ਵਾਲਾ ਜੀਵਨ, ਆਪਣੀ ਹੋਮੈ ਨੂੰ ਮਾਰ ਕੇ ਹੀ ਉਹ ਜੀਵਨ ਮਿਲਦਾ ਹੈ। ਅਬ ਕਿਆ ਕਥੀਐ ਗਿਆਨ ਵਿਚਾਰਾ। ਜਦੋਂ ਉਹ ਆਤਮਕ ਆਨੰਦ ਪ੍ਰਾਪਤ ਹੋ ਜਾਵੇ, ਫਿਰ ਹੋਰ ਗਿਆਨ ਦੀ ਲੋੜ ਨਹੀਂ ਰਹਿ ਜਾਂਦੀ। ਭਗਤ ਰਵਿਦਾਸ ਜੀ ਦਾ ਭੈਰੋ ਰਾਗ ਦੇ ਵਿੱਚ ਸ਼ਬਦ ਹੈ, ਫਲ ਕਾਰਨ ਫੂਲੀ ਬੰਦਾਏ, ਫਲ ਲਾਗਾ ਤਬ ਫੂਲ ਵਿਲਾਏ। ਫੁੱਲ ਲੱਗੇ ਨੇ, ਫੁੱਲਾਂ ਦੀ ਲੋੜ ਹੈ ਕਾਹਦੇ ਵਾਸਤੇ? ਫਲ ਪ੍ਰਾਪਤ ਹੋਵੇ। ਫਲ ਲੱਗ ਗਿਆ, ਹੁਣ ਫੁੱਲਾਂ ਦੀ ਲੋੜ ਨਹੀਂ ਹੈ। ਫਲ ਕਾਰਨ ਫੂਲੀ ਬੰਦਰਾਏ, ਫਲ ਲਾਗਾ ਤਬ ਫੂਲ ਵਿਲਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਿਆਤੈ ਕਰਮੈ ਨਾਸ। ਜਦੋਂ ਆਤਮਿਕ ਗਿਆਨ ਹੋ ਗਿਆ, ਫਿਰ ਇਹ ਜਿਹੜੇ ਬਾਹਰਲੇ ਕਰਮ ਇਹ ਛੁੱਟ ਜਾਂਦੇ ਹਨ। ਹੋਰ ਮਾਇਆ ਬਾਕੀ ਕਰਮ ਛੁੱਟ ਜਾਂਦੇ ਹਨ। ਅਭਿਆਸ ਕਰੀ ਚਲੋ, ਕਿਸੇ ਨਾ ਕਿਸੇ ਦਿਨ ਕਿਰਪਾ ਹੋਵੇਗੀ, ਜ਼ਰੂਰ ਹੋਵੇਗੀ। ਆਪਣਾ ਅਭਿਆਸ ਨਾ ਛੱਡੋ ਸ਼ਬਦ ਦਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਕ੍ਰਿਤ ਕਾਰਨ ਦਦ ਮਥੈ ਸਿਆਨ। ਦੁੱਧ ਕਿਉਂ ਰਿੜਕਿਆ ਜਾਂਦਾ ਹੈ? ਘਿਓ ਦੀ, ਮੱਖਣ ਦੀ ਪ੍ਰਾਪਤੀ ਵਾਸਤੇ। ਮੱਖਣ ਪ੍ਰਾਪਤ ਹੋ ਗਿਆ, ਐਸੀ ਅਵਸਥਾ ਆ ਜਾਂਦੀ ਹੈ, ਫਿਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਜਿਵੇਂ ਸਕੂਲ ਵਿੱਚ ਬੱਚਾ ਜਾ ਰਿਹਾ ਹੈ ਪੜ੍ਹਾਈ ਕਰਨ ਵਾਸਤੇ, ਜੇ ਦਿਨ ਪੜ੍ਹਾਈ ਹੋ ਗਈ, ਫਿਰ ਮੁੜ ਕੇ ਹੁਣ ਬਸਤਾ ਚੁੱਕ ਕੇ ਜਾਣ ਦੀ ਉੱਥੇ ਲੋੜ ਨਹੀਂ ਰਹਿ ਜਾਂਦੀ। ਜੇ ਅਜੇ ਵੀ ਜਾ ਰਿਹਾ ਹੈ ਤੇ ਸਮਝ ਲਓ ਇਹਨੇ ਕੁਝ ਪੜ੍ਹਿਆ ਹੀ ਨਹੀਂ ਹੈ। ਤੀਰਥਾਂ 'ਤੇ ਜਾਣਾ, ਹੋਰ ਇਸ ਤਰ੍ਹਾਂ ਦੇ ਕਰਮ ਕਰਨੇ ਆਤਮਿਕ ਗਿਆਨ ਵਾਸਤੇ ਹਨ। ਸਾਰੀ ਉਮਰ ਇਹ ਕਰੀ ਜਾਂਦਾ ਹੈ, ਪਰ ਆਤਮਿਕ ਜੀਵਨ ਦਾ ਕਿਣਕਾ ਵੀ ਨਹੀਂ ਮਿਲਿਆ, ਉਹ ਸੋਝੀ ਆਈ ਨਹੀਂ, ਫਿਰ ਫਾਇਦਾ ਕੀ ਹੋਇਆ? ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਨਿਜ ਨਿਰਖਤ ਗਤ ਵਿਵਹਾਰਾ। ਗਿਆਨ ਕਾਹਦੇ ਵਾਸਤੇ ਚਾਹੀਦਾ? ਆਪਣਾ ਨਿਰੀਖਣ ਕਰਨਾ। ਨਿਜ ਨਿਰਖਤ ਮੈਨੇ ਨਿਰੀਖਣ ਕਰਨਾ, ਆਪਣੇ ਆਪ ਨੂੰ ਪੜਚੋਲਣਾ। ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਆਪਣੇ ਆਪ ਦਾ ਨਿਰੀਖਣ ਕਰੀਏ ਰੋਜ਼, ਵੀ ਅੱਜ ਮੈਂ ਕਿਹੜੀ ਅਵਸਥਾ ਤੱਕ ਪਹੁੰਚ ਗਿਆ। ਇੰਨਾ ਸਮਾਂ ਮੈਨੂੰ ਬਾਣੀ ਪੜ੍ਹਦਿਆਂ ਹੋ ਗਿਆ, ਗੁਰਦੁਆਰੇ ਜਾਂਦਿਆਂ ਹੋ ਗਿਆ, ਮੈਨੂੰ ਮਿਲਿਆ ਕੀ ਅਜੇ ਤੱਕ ਆਤਮਿਕ ਤੌਰ 'ਤੇ? ਜਦੋਂ ਇੱਦਾਂ ਆਪਾਂ ਨਿਰੀਖਣ ਕਰਨ ਲੱਗ ਜਾਵਾਂਗੇ, ਨਿਜ ਨਿਰਖਤ ਗਤ ਵਿਵਹਾਰਾਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਵਿਵਹਾਰ, ਆਪਣਾ ਜਿਹੜਾ ਗਤ ਵਿਹਾਰ ਦੀ ਗਤੀ, ਮੈਨੇ ਵਿਹਾਰ ਦੀ ਜਿਹੜੀ ਅਵਸਥਾ ਜੋ ਆਪਾਂ ਵਿਹਾਰ ਕਰਦੇ ਹਾਂ, ਇਹਨੂੰ ਆਪਾਂ ਵਿਚਾਰਨਾ ਹੈ ਵੀ ਮੈਂ ਬਾਣੀ ਪੜ੍ਹ ਕੇ ਅਜੇ ਵੀ ਝੂਠ ਹੀ ਬੋਲੀ ਜਾ ਰਿਹਾ ਹਾਂ। ਇੰਨਾ ਸਮਾਂ ਹੋ ਗਿਆ, ਆਪਣਾ ਵਿਹਾਰ ਤਾਂ ਮੇਰਾ ਬਦਲਿਆ ਨਹੀਂ ਹੈ, ਆਪਣੇ ਵਿਹਾਰ ਦੀ ਗਤ ਨੂੰ ਜਾਣਿਆ ਹੀ ਨਹੀਂ ਹੈ।
ਆਪਣਾ ਨਿਰੀਖਣ ਕੀ ਹੈ, ਆਪਣੇ ਵਿਹਾਰ ਨੂੰ ਵੇਖੀਏ। ਜੇ ਬਾਣੀ ਪੜ੍ਹ ਕੇ ਜੇ ਵੀ ਮੈਂ ਨਿੰਦਿਆ ਹੀ ਕਰੀ ਜਾ ਰਿਹਾ, ਮੇਰੇ ਹਜੇ ਵੀ ਅੰਦਰ ਈਰਖਾ ਦਵੈਸ਼ ਇਹ ਵਿਕਾਰ ਬੈਠੇ ਨੇ, ਫਿਰ ਫਾਇਦਾ ਕੀ ਹੋਇਆ? ਕੋਈ ਫਾਇਦਾ ਨਹੀਂ ਹੋਇਆ। ਸਕੂਲ ਵਿੱਚ ਬੱਚਾ ਜਾ ਕੇ ਉਹਨੂੰ ਇੱਕ ਅੱਖਰ ਵੀ ਨਹੀਂ ਆਇਆ, ਇੰਨੇ ਸਾਲ ਹੋ ਗਏ ਨੇ ਜਾਂਦਿਆਂ, ਸੋਚ ਪੈ ਜਾਂਦੀ ਬੱਚਾ 10 ਦਿਨ ਵੀ ਸਕੂਲ ਗਿਆ ਕੁਝ ਨਾਂ ਨਾ ਲਿਖੇ, ਤੇ ਮਾਂ ਪਿਓ ਨੂੰ ਫਿਕਰ ਪੈ ਜਾਂਦਾ ਵੀ 10-15 ਦਿਨ ਹੋ ਗਏ ਨੇ ਅਜੇ ਇਹਨੂੰ ਕੁਝ ਵੀ ਨਹੀਂ ਆਇਆ ਜਮਾਂ ਹੀ। ਆਪਾਂ ਨਿਰੀਖਣ ਕਰਦੇ ਹਾਂ ਨਾ ਇਸ ਚੀਜ਼, ਉਹਦੇ ਵਿਹਾਰ ਨੂੰ ਵੀ ਬੱਚਾ ਜਾ ਰਿਹਾ ਹੈ, ਮਹੀਨਾ 2 ਮਹੀਨੇ ਲੰਘੇ ਹੋਰ ਸੋਚ ਵੱਧ ਜਾਂਦੀ, ਹੋਰ ਫਿਕਰ ਵੱਧ ਜਾਂਦਾ ਹੈ। ਟੀਚਰਾਂ ਨੂੰ ਵੀ ਫਿਕਰ ਪੈ ਜਾਂਦਾ ਬੱਚਾ ਪੜ੍ਹ ਕਿਉਂ ਨਹੀਂ ਰਿਹਾ, ਮਾਂ ਪਿਓ ਨੂੰ ਬੜਾ ਫਿਕਰ ਪੈ ਜਾਂਦਾ ਹੈ। ਇੱਥੇ ਆਪਾਂ ਨੂੰ ਪਤਾ ਨਹੀਂ ਕਿੰਨੀ ਕੁ ਉਮਰ ਹੋ ਗਈ ਹੈ ਵੀ ਅਜੇ ਤੱਕ ਆਪਾਂ ਨੂੰ ਤੇ ਅਜੇ ਇੱਕ ਅੱਖਰ ਵੀ ਨਹੀਂ ਆਇਆ ਗੁਰਮਤ ਦੀ ਰੋ ਰੀਤੀ ਦਾ। ਆਪਾਂ ਨਿਰੀਖਣ ਹੀ ਨਹੀਂ ਕਰ ਰਹੇ ਵੀ ਮੈਂ ਗੁਰੂ ਘਰ ਇੰਨੇ ਸਮੇਂ ਤੋਂ ਜੁੜਿਆ, ਬਾਣੀ ਪੜ੍ਹ ਰਿਹਾ, ਜਾ ਰਿਹਾ, ਰੋਜ਼ ਸੇਵਾ ਕਰ ਰਿਹਾ, ਮੈਨੂੰ ਪ੍ਰਾਪਤੀ ਤਾਂ ਕੁਝ ਹੋਈ ਨਹੀਂ ਹੈ। ਇਹ ਆਪਣਾ ਨਿਰੀਖਣ ਕਰਨਾ ਹੈ। ਜਦੋਂ ਨਿਰੀਖਣ ਹੋ ਗਿਆ ਫਿਰ ਹੋਰ ਕੁਝ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਪਤਾ ਲੱਗ ਜਾਂਦਾ ਬੰਦਾ ਫਿਰ ਆਪਣੀ ਮਾਰਗ ਤੇ ਆਪਣੇ ਰਸਤੇ ਤੇ ਚੱਲ ਪੈਂਦਾ ਹੈ। ਆਪਾਂ ਜਿਵੇਂ ਘਰ ਤੋਂ ਬਾਹਰ ਜਾਈਏ, ਆਪਾਂ ਨੂੰ ਪਤਾ ਨਹੀਂ ਰਸਤੇ ਵਿੱਚ ਆਪਾਂ ਕਿਸੇ ਰਸਤੇ ਜਾਣਾ, ਉਹਦਾ ਪਤਾ ਨਹੀਂ, ਆਪਾਂ ਉਹਨੂੰ ਪੁੱਛ ਲਈਏ, ਜਦੋਂ ਪੁੱਛ ਲਈਏ ਵਾਰ-ਵਾਰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਇਹ ਰਸਤਾ ਸਿੱਧਾ ਹੀ ਜਾਂਦਾ ਜੀ ਫਲਾਣੇ ਸ਼ਹਿਰ ਨੂੰ। ਦੱਸਣ ਵਾਲੇ ਨੇ ਦੱਸਤਾ ਵੀ ਇਹਦੇ 'ਤੇ ਤੁਰਿਆ ਚੱਲ, ਸਿੱਧਾ ਹੀ ਚਲਾ ਚਲੀਏ, ਇਹ ਨਿਸ਼ਾਨੀਆਂ ਨੇ ਰਸਤੇ ਦੀਆਂ, ਮੰਜ਼ਿਲ 'ਤੇ ਪਹੁੰਚ ਜਾਵੇਂਗਾ। ਬਸ ਜਦੋਂ ਤੁਰ ਪਿਆ ਫਿਰ ਤਾਂ ਪੁੱਛਣ ਦੀ ਲੋੜ ਨਹੀਂ, ਫਿਰ ਤਾਂ ਆਪਣਾ ਸਹਿਜੇ ਪੈਂਡਾ ਚੱਲੀ ਜਾਵੇ, ਇੱਕ ਦਿਨ ਪਹੁੰਚ ਜਾਵੇਗਾ। ਪਰ ਜੇ ਪੁੱਛੀ ਹੀ ਜਾਂਦਾ, ਕਦਮ ਇੱਕ ਵੀ ਨਹੀਂ ਚੁੱਕਿਆ। ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਆਪਣੀ ਬਾਣੀ ਵਿੱਚ, पूछत पथक ते मार्ग न धारै पग, प्रीतम के देश कैसे बातन से जाइए। पूछत पथक मैंने राह, पुछदा रिया राह बारे भी फलाने शहर नूं जाना है, ते मार्ग न धारै पग, पर एक कदम भी उधर नूं तुरिया नहीं। प्रीतम के देश कैसे बातन से जाइए। ਉਹ ਜੇ ਦੁਨਿਆਵੀ ਰਸਤਾ ਵੀ ਤੂੰ ਕਿਸੇ ਸ਼ਹਿਰ ਵਿੱਚ ਜਾਣਾ ਤੈਨੂੰ ਤੁਰਨਾ ਪਵੇਗਾ, ਤੇ ਜੇ ਰੱਬ ਵੱਲ ਵੀ ਜਾਣਾ ਹੈ ਤੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਸ਼ਬਦ ਦਾ ਅਭਿਆਸ ਕਰਨਾ ਪਵੇਗਾ। ਇਹ ਤਾਂ ਸਿੱਧਾ ਜਿਹਾ ਪ੍ਰਮਾਣ ਦੇਤਾ ਭਾਈ ਗੁਰਦਾਸ ਜੀ ਨੇ। ਇਹ ਤਾਂ ਮੋਟੀ ਤੋਂ ਮੋਟੀ ਬੁੱਧੀ ਵਾਲੇ ਬੰਦੇ ਨੂੰ ਵੀ ਸਮਝ ਆ ਜਾਂਦਾ ਵੀ ਜੇ ਤੂੰ ਨਹੀਂ ਤੁਰੇਗਾ ਤੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇਗਾ। ਇਸੇ ਤਰ੍ਹਾਂ ਰੱਬ ਦਾ ਨਾਮ ਵੀ ਜਪਣਾ ਹੀ ਪਵੇਗਾ। ਵਿਸ਼ਰਾਮ ਦੇ ਕੇ ਕਹਿ ਰਹੇ ਨੇ, ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਨੋ ਜਗਤ ਨਿਹਾਰਿਆ। ਜਿਨ੍ਹਾਂ ਨੇ ਚੰਗੀ ਤਰ੍ਹਾਂ ਚੰਦਨ ਨੂੰ ਰਗੜਿਆ ਨਾ, ਉਹਦੇ ਵਿੱਚੋਂ ਫਿਰ ਬੜੀ ਖੁਸ਼ਬੂ ਪੈਦਾ ਹੁੰਦੀ। ਸਾਰਾ ਘਰ ਜਿੱਥੇ ਚੰਦਨ ਰਗੜਿਆ ਜਾਂਦਾ ਹੈ ਨਾ, ਉੱਥੇ ਸਾਰਾ ਘਰ ਉਹ ਜਗ੍ਹਾ ਖੁਸ਼ਬੂ ਨਾਲ ਭਰ ਜਾਂਦੀ ਹੈ। ਇਸੇ ਤਰ੍ਹਾਂ ਆਪਣੇ ਜੀਵ ਆਤਮਾ ਨੂੰ ਸ਼ਬਦ ਨਾਲ ਚੰਗੀ ਤਰ੍ਹਾਂ ਘਸਾਣਾ ਹੈ, ਜੋੜਨਾ ਹੈ। ਜਿਵੇਂ ਤੇਰਾ ਨਾਮ ਕਰੀ ਚਰਨਾਠੀਆਂ, ਜੇ ਮਨ ਉਰਸਾ ਹੋਏ, ਕਰਨੀ ਕੰਗੂ ਜੇ ਮਿਲੈ ਘਟ ਅੰਤਰ ਪੂਜਾ ਹੋਏ। ਤੇਰਾ ਨਾਮ ਚੰਦਨ ਹੈ, ਤੇਰਾ ਨਾਮ ਕਰੀ ਚਰਨਾਠੀਆਂ, ਜੇ ਮਨ ਉਰਸਾ ਹੋਏ। ਉਰਸਾ ਉਹ ਪੱਥਰ ਜਿਹਦੇ ਉੱਪਰ ਚੰਦਨ ਨੂੰ ਰਗੜਿਆ ਜਾਂਦਾ ਚੰਗੀ ਤਰ੍ਹਾਂ। ਤੇਰੇ ਮਨ ਦੇ ਉੱਪਰ ਗੁਰੂ ਦਾ ਸ਼ਬਦ ਰਗੜਿਆ ਜਾਵੇ। ਮਨ ਨਹੀਂ ਵੀ ਮੰਨਦਾ, ਇਹਨੂੰ ਲਾ ਕੇ ਰੱਖਿਆ ਕਰੋ। ਇਹ ਕਿੰਨੇ ਵੀ ਗਲਤ ਫੁਰਨੇ ਵੀ ਉਠਾਈ ਜਾਵੇ, ਇਹਦੇ 'ਤੇ ਗੁਰੂ ਦੇ ਸ਼ਬਦ ਦਾ ਚੰਦਨ ਰਗੜੀ ਚੱਲੋ, ਖੁਸ਼ਬੂ ਪੈਦਾ ਹੋਵੇਗੀ ਪੈਦਾ ਜ਼ਰੂਰ ਖੁਸ਼ਬੂ। ਤੇਰਾ ਨਾਮ ਕਰੀ ਚਰਨਾਠੀਆਂ, ਜੇ ਮਨ ਉਰਸਾ ਹੋਏ, ਕਰਨੀ ਕੰਗੂ ਜੇ ਲੈ ਘਟ ਅੰਤਰ ਪੂਜਾ ਹੋਏ। ਅੰਦਰ ਮੰਦਰ ਬਣ ਜਾਵੇਗਾ, ਅੰਦਰ ਹਰੀ ਦਾ ਮੰਦਰ ਪ੍ਰਗਟ ਹੋ ਜਾਵੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚੰਗੀ ਤਰ੍ਹਾਂ ਜਦੋਂ ਇਸ ਨੂੰ ਜੀਵ ਆਤਮਾ ਨੂੰ ਵਾਹਿਗੁਰੂ ਦੇ ਚੰਦਨ ਵਿੱਚ ਗਾਲ ਦਿੱਤਾ, ਮਿਲਾ ਦਿੱਤਾ, ਬਿਨ ਨੈਨੋ ਜਗਤ ਨਿਹਾਰਿਆ, ਤਾਂ ਇਹਨਾਂ ਨੇਤਰਾਂ ਤੋਂ ਬਿਨਾਂ ਰੱਬ ਨੂੰ ਵੇਖ ਲਿਆ। ਜਗਤ ਦੇ ਵਿੱਚ, ਸੰਸਾਰ ਦੇ ਵਿੱਚ, ਬਿਨ ਨੈਨੋ ਜਗਤ ਨਿਹਾਰਿਆ। ਉਹ ਕਿਵੇਂ ਵੇਖੀਦਾ ਹੈ? ਉਹ ਆਤਮਿਕ ਦ੍ਰਿਸ਼ਟੀ ਨਾਲ, ਆਤਮਿਕ ਸੂਝ ਦੇ ਨਾਲ
रब नूं वेख लैना कीता। वाह ये जिहड़े नेत्र ने दुनिया वल्लों हट गए, वकारां वल्लों हट गए। हुण ये दुनियावी नेत्र नहीं रहे। आपां कहंदे आ ना तेरी हुण अख बदल गई है। जदों कोई अपने नालों बदल जावे ना बंदा, तो आपां कहंदे आ भरावा तूं अखां बदल लईआं ने। अखां बदलण तो भाव ये नहीं भी उन्हें कोई डेले होर पवा लए ने। अखां तां उही हुंदियां ने। बदलण तो भाव हुंदा भी तेरा विहार मेरे नाल बदल गया है। अखां उही ने बिन नैनो इन्हां नैन, ये हुण दुनियावी नहीं रह गए। ये हुण ਉਹ ਆਤਮਿਕ दृष्टि पैदा हो गई इन्हां दे विच। तां इन्हां अखां तो बिना उस आत्मिक दृष्टि नाल रब नूं वेख लिया। वाह जस संसार नूं वेख लिया। पूत पिता इक जाया, बिन ठाहर नगर वसाया। जीव आत्मा रूपी पुत्र ने अंदर ब्रह्म रूपी पिता नूं पैदा कर लिया है, प्रगट कर लिया है। पूत पिता एक जाया, एक पिता नूं पैदा कर लिया पुत्र ने। ये तां गल उल्ट हो गई। पुत्र किवें पिता नूं पैदा कर सकदा है? ਇਹਦਾ ਹੁਣ ਭਾਵ ਗੋਝ ਭਾਵ ਦੇ ਵਿੱਚ ਹੈ ਜੀਵ ਆਤਮਾ ਪੁੱਤਰ ਹੈ। ਜੀਵ ਨੇ ਇੰਨੀ ਕੁ ਸਾਧਨਾ ਪ੍ਰਗਟ ਕੀਤੀ, ਅੰਦਰ ਆਪਣੇ ਬ੍ਰਹਮ ਨੂੰ ਪ੍ਰਗਟ ਕਰ ਲਿਆ। ਇਹਦਾ ਭਾਵ ਇਹ ਹੈ ਬਿਨ ਠਾਹਰ ਨਗਰ ਵਸਾਇਆ। ਜਿਸ ਮਨ ਦੀ ਕੋਈ ਠਾਹਰ ਨਹੀਂ ਸੀ, ਉਹਨੇ ਹੁਣ ਆਪਣਾ ਸੋਹਣਾ ਸ਼ਹਿਰ ਵਸਾ ਲਿਆ ਹੈ। ਜਿਹੜਾ ਮਨ ਭਟਕਦਾ ਫਿਰਦਾ ਸੀ, ਠਾਹਰ ਨਹੀਂ ਸੀ, ਕੋਈ ਟਿਕਾਣਾ ਹੈ ਹੀ ਸੀ। ਮਾ ਕਬੀਰ ਮਨ ਪੰਖੀ ਪੇ ਉੱਡ ਉੱਡ ਦਹਿ ਦੇ ਜਾਏ। ਉੱਡਿਆ ਫਿਰਦਾ ਸੀ, ਭਟਕਦਾ ਫਿਰਦਾ ਸੀ ਮਨ। ਹੁਣ ਇਹ ਮਨ ਕਿਧਰ ਜਾਂਦਾ ਹੀ ਨਹੀਂ। ਹੁਣ ਤਾਂ ਬੜਾ ਇੱਦਾਂ ਜਿਵੇਂ ਕੋਈ ਸੋਹਣੇ ਸ਼ਹਿਰ ਵਿੱਚ ਵਸਦਾ ਹੋਵੇ ਨਾ, ਉਸ ਤਰ੍ਹਾਂ ਇਹ ਮਨ ਆਨੰਦਿਤ ਰਹਿੰਦਾ ਹੈ। ਹਰ ਸਮੇਂ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਮਨ ਖੇੜੇ ਵਿੱਚ ਰਹਿੰਦਾ ਹੈ। ਜਾਚਕ ਜਨ ਦਾਤਾ ਪਾਇਆ। ਇਸ ਤਰ੍ਹਾਂ ਗੁਰਮੁਖਾਂ ਨੇ, ਰੱਬ ਦੀ ਬੰਦਗੀ ਕਰਨ ਵਾਲਿਆਂ ਨੇ, ਜਾਚਕਾਂ ਨੇ, ਜਿਹੜੇ ਉਹਦੇ ਦਰ ਦੇ ਜਾਚਕ ਬਣ ਗਏ, ਨਾਮ ਦੀ ਦਾਤ ਮੰਗੀ, ਉਹਨਾਂ ਨੇ ਦਾਤੇ ਨੂੰ ਪਾ ਲਿਆ। ਸੋ ਦੀਆ ਨਾ ਜਾਈ ਖਾਇਆ। ਉਹ ਦਾਤ ਮਿਲ ਗਈ ਦਾਤੇ ਕੋਲੋਂ, ਸੋ ਦੀਆ ਨਾ ਜਾਈ ਖਾਇਆ। ਨਾ ਤਾਂ ਉਹ ਕਿਸੇ ਨੂੰ ਦਿੱਤਾ ਜਾ ਸਕਦਾ, ਨਾ ਹੀ ਮੁੱਕਦਾ ਹੈ, ਖਤਮ ਹੀ ਨਹੀਂ ਹੁੰਦਾ। ਐਸਾ ਨਾਮ ਦਾ ਖਜ਼ਾਨਾ ਮਿਲ ਗਿਆ ਦਾਤੇ ਕੋਲੋਂ। ਉਹ ਦਾਤ ਜਾਚਕ ਨੂੰ, ਸੇਵਕ ਨੂੰ ਮਿਲ ਗਈ, ਜਿਹੜੀ ਮੁੱਕਦੀ ਹੀ ਨਹੀਂ ਹੈ। ਐਸਾ ਦਾਤਾ ਮਿਲ ਗਿਆ। ਜਦੋਂ ਦਾਤਾ ਆ ਗਿਆ, ਸਾਰੀਆਂ ਦਾਤਾਂ ਆ ਗਈਆਂ, ਮੁੱਕਦੀਆਂ ਹੀ ਨਹੀਂ ਹਨ। ਛੋੜਿਆ ਜਾਏ ਨਾ ਮੁਕਾ। ਨਾ ਤਾਂ ਹੁਣ ਉਹ ਐਸੀ ਦਾਤ ਹੈ। ਵਾਹਿਗੁਰੂ ਦਾ ਨਾਮ ਇੱਕ ਐਸਾ ਨਸ਼ਾ ਹੈ, ਇੱਕ ਵਾਰੀ ਲੱਗ ਜਾਵੇ ਸਹੀ, ਇਹ ਫਿਰ ਛੱਡਿਆ ਨਹੀਂ ਜਾਂਦਾ। ਤਾਂ ਹੀ ਤੇ ਮਹਾਰਾਜ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ ਵੀ ਗੁਰਮੁਖਾਂ ਦੀ ਅਵਸਥਾ ਇਸ ਤਰ੍ਹਾਂ ਹੁੰਦੀ ਹੈ, ਅਮਲੀ ਵਰਗੀ। ਅਮਲੀ ਦਾ ਆਪਾਂ ਨੂੰ ਪਤਾ ਹੈ ਨਾ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਅਮਲੀ ਨੂੰ ਪੁੱਛੋ, ਤੁਹਾਡੇ ਵਿਆਹ ਸ਼ਾਦੀ 'ਤੇ ਕਿਤੇ ਆ ਜਾਵੇ, ਉਹਨੂੰ ਕਹੋ ਵੀ ਐਵੇਂ ਵੇਖ ਵਧੀਆ ਤੋਂ ਵਧੀਆ ਮਠਿਆਈ, ਬਰਫੀ, 36 ਪ੍ਰਕਾਰ ਦੇ ਪਦਾਰਥ, ਸ਼ਾਹੀ ਪਨੀਰ ਵੇਖ, ਇਹ ਖਾ ਲੈ। ਉਹ ਵੇਖਦਾ ਵੀ ਨਹੀਂ ਨਾ ਵੱਲ, ਉਹ ਕਹਿੰਦਾ ਬਈ ਮੈਨੂੰ ਤਾਂ ਨਸ਼ਾ ਚਾਹੀਦਾ ਹੈ। ਜੇ ਨਾ ਦਿਓਗੇ ਉਹਨੇ ਕਹਿਣਾ ਕੁਝ ਵੀ ਨਹੀਂ ਕੀਤਾ, ਇਹਨਾਂ ਨੇ ਸੇਵਾ ਹੀ ਨਹੀਂ ਕੀਤੀ। ਜੇ ਉਹਨੂੰ ਤੁਸੀਂ ਭਾਵੇਂ ਭੁੱਖਾ ਹੀ ਭੇਜ ਦੇਵੋ, ਜੇ ਉਹਨੂੰ ਦੇ ਦਿਓ ਨਸ਼ਾ, ਉਹਨੇ ਭੰਗੜੇ ਪਾਉਂਦੇ ਜਾਣਾ, ਉਹਨੇ ਕਹਿਣਾ ਬੜੀ ਸੇਵਾ ਕੀਤੀ ਉਹਨਾਂ ਨੇ। ਗੁਰਮੁਖ ਵਾਹਿਗੁਰੂ ਦੇ ਨਾਮ ਨਾਲ ਇੱਦਾਂ ਜੁੜਿਆ ਹੁੰਦਾ ਹੈ ਜਿਵੇਂ ਇੱਕ ਅਮਲੀ ਅਮਲ ਨਾ ਅੰਬੜੈ। ਅਮਲੀ ਨੂੰ ਤੁਸੀਂ ਰਾਜ ਭਾਗ ਕਿਤੇ ਉਹਨੂੰ ਰਾਜ ਭਾਗ ਦੇ ਦੀ, ਉਹ ਕਹਿੰਦਾ ਮੈਂ ਕੀ ਕਰਨਾ ਇਹਨੂੰ ਰਾਜ ਭਾਗ ਨੂੰ। ਉਹਨੂੰ ਇੰਨਾ ਨਹੀਂ ਪਤਾ ਵੀ ਇਹਦੇ ਨਾਲ ਜੋ ਮਰਜ਼ੀ, ਉਹ ਕਹਿੰਦਾ ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਤਾਂ ਨਸ਼ਾ ਹੀ ਚਾਹੀਦਾ। ਪਰ ਅਮਲੀ ਹੋਵੇ ਪੱਕਾ, ਕੱਚੇ ਅਮਲੀ ਨਹੀਂ, ਪੱਕਾ ਅਮਲੀ ਹੋਵੇ। ਇਸੇ ਤਰ੍ਹਾਂ ਕੱਚਾ ਨਾ ਹੋਵੇ ਗੁਰਮੁਖ, ਪੱਕਾ ਵਾਕਿਆ ਹੀ ਗੁਰਮੁਖ ਹੋਵੇ। ਉਹਨੂੰ ਆਖੋ ਤੁਸੀਂ ਰਾਜ ਭਾਗ ਲੈ ਲੈ, ਚੀਜ਼ਾਂ ਲੈ ਲੈ, ਛੱਡ ਬੰਦਗੀ। ਆਰਿਆਂ ਨਾਲ ਚੀਰਿਆ ਗਿਆ, ਖੋਪਰੀਆਂ ਉਤਾਰ ਦਿੱਤੀਆਂ ਰੰਬਿਆਂ ਦੇ ਨਾਲ। ਰਾਜ ਭਾਗ ਲੈ ਲਓ, ਹੂਰਾਂ ਦੇ ਡੋਲੇ ਲੈ ਲਓ, ਸੂਬੇਦਾਰੀਆਂ ਲੈ ਲਓ, ਛੱਡ ਦਿਓ ਸਿੱਖੀ ਨੂੰ, ਛੱਡ ਦਿਓ ਬਾਣੀ ਨੂੰ। ਪਰ ਉਹ ਕਹਿੰਦੇ ਨਹੀਂ, ਇਹ ਸਾਡੇ ਕੰਮ ਦੀਆਂ ਚੀਜ਼ਾਂ ਹੀ ਨਹੀਂ ਹੈਗੀਆਂ। ਦੁਨੀਆ ਦਾ ਰਾਜ ਭਾਗ, ਦੁਨੀਆ ਦੇ ਪਦਾਰਥ, ਮਰਨਾ ਕਬੂਲ ਹੈ ਇਹਦੇ ਵਾਸਤੇ।
ਅਮਲੀ ਮਰ ਜਾਵੇਗਾ। ਉਹ ਇਹਨਾਂ ਪਦਾਰਥਾਂ ਵੱਲ ਵੇਖਦਾ ਨਹੀਂ, ਪਰ ਅਮਲੀ ਹੋਵੇ ਸਹੀ। 36 ਪ੍ਰਕਾਰ ਦੇ ਪਦਾਰਥ ਉਹ ਕਹਿੰਦਾ ਮੈਂ ਕੀ ਕਰਨੇ ਨੇ, ਮੈਨੂੰ ਤਾਂ ਮੇਰੀ ਤੋੜ ਲੱਗੀ, ਮੈਨੂੰ ਨਸ਼ਾ ਚਾਹੀਦਾ ਹੈ। ਗੁਰਮੁਖ ਵੀ ਮਰ ਜਾਵੇਗਾ, ਪਰ ਉਹ ਦੁਨਿਆਵੀ ਪਦਾਰਥਾਂ ਦੇ ਲਾਲਚ ਵਿੱਚ, ਵਕਾਰਾਂ ਦੇ ਵਸ ਵਿੱਚ ਨਹੀਂ ਹੋਵੇਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਛੋੜਿਆ ਜਾਏ ਨਾ ਮੂਕਾ। ਇਹ ਦੇਲੀ ਦੀਪਕ ਨੰਨਾ ਸ਼ਬਦ ਇੱਥੇ ਨਾ ਦੋਵੇਂ ਪਾਸੇ ਲੱਗੇਗਾ। ਦੇਲੀ ਦੀਪਕ ਜਿਵੇਂ ਘਰ ਦੀ ਦੇਹਲੀ ਵਿੱਚ ਦੀਵਾ ਜਗਾ ਕੇ ਰੱਖ ਦੋ, ਬਾਹਰ ਵਿਹੜੇ ਵਿੱਚ ਵੀ ਚਾਨਣ ਕਰਦਾ, ਅੰਦਰ ਵੀ ਉਹਨੂੰ ਕਹਿੰਦੇ ਨੇ ਦੇਲੀ ਦੀਪਕ। ਇਹ ਨੰਨਾ ਸ਼ਬਦ ਇੱਥੇ ਦੇਲੀ ਦੀਪਕ ਦੋਵੇਂ ਪਾਸੇ ਅਰਥ ਕਰੇਗਾ। ਛੋੜਿਆ ਜਾਏ ਨਾ ਮੂਕਾ, ਨਾ ਤਾਂ ਇਹ ਨਾਮ ਛੱਡਿਆ ਜਾਂਦਾ, ਇੱਕ ਵਾਰੀ ਇਹਦਾ ਮਨ ਜੁੜ ਜਾਵੇ ਸਹੀ, ਤੇ ਨਾ ਹੀ ਇਹ ਮੁੱਕਦਾ ਹੈ। ਐਸਾ ਖਜ਼ਾਨਾ ਨਾਮ ਦਾ ਮੁੱਕਦਾ ਨਹੀਂ ਹੈ। ਔਰਨ ਪੈ ਜਾਣਾ ਚੂਕਾ, ਜਿਹਨੂੰ ਇਹ ਖਜ਼ਾਨਾ ਮਿਲ ਗਿਆ ਉਹ ਫਿਰ ਨਾ ਕਿਸੇ ਮੜੀ ਮੱਟੀ ਕਬਰ ਦੀ, ਨਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਦਾ ਹੈ। ਉਹ ਕੇਵਲ ਅਕਾਲ ਦਾ ਪੁਜਾਰੀ ਹੋ ਜਾਂਦਾ ਹੈ, ਕੇਵਲ ਰੱਬ ਦੀ ਹੀ ਪੂਜਾ ਕਰਦਾ ਹੈ। ਉਹਦਾ ਹੋਰਾਂ ਕੋਲ ਜਾਣਾ ਖਤਮ ਹੋ ਜਾਂਦਾ ਹੈ, ਦਰ ਦਰ 'ਤੇ ਭਟਕਣਾ ਖਤਮ ਹੋ ਜਾਂਦਾ ਹੈ। ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ। ਜਿਹੜਾ ਇਸ ਤਰ੍ਹਾਂ ਜਿਹਨੂੰ ਜੀਵਨ ਜੀਵਣਾ ਵੀ ਆ ਗਿਆ ਤੇ ਮਰਨਾ ਵੀ ਆ ਗਿਆ। ਮਾਫ ਕਰਨਾ, ਨਾ ਤਾਂ ਸਾਨੂੰ ਜੀਵਨ ਦੀ ਅਜੇ ਜੁਗਤ ਮਿਲੀ ਹੈ, ਜਦ ਜੀਵਨ ਦੀ ਜੁਗਤ ਹੀ ਨਹੀਂ ਮਿਲੀ ਤੇ ਮਰਨ ਦਾ ਵੀ ਤਰੀਕਾ ਨਹੀਂ ਸਾਨੂੰ ਪਤਾ ਲੱਗੇਗਾ। ਜੀਵਣਾ ਕਿਵੇਂ ਹੈ, ਗੁਰੂ ਮਹਾਰਾਜ ਜੀ ਨੇ ਜੁਗਤ ਦੱਸੀ ਹੈ। ਜੇ ਉਹ ਜੁਗਤ ਅਪਣਾ ਲਈ, ਜਿਹਨੂੰ ਨੀਂਹ ਮਿਸਤਰੀ ਨੂੰ ਰੱਖਣੀ ਚੰਗੀ ਆ ਗਈ ਨਾ, ਉਹ ਮਹਿਲ ਵੀ ਵੱਡਾ ਉਸਾਰ ਸਕਦਾ ਹੈ। ਜਿਹੜੇ ਮਿਸਤਰੀ ਨੂੰ ਨੀਂਹ ਹੀ ਨਹੀਂ ਰੱਖਣੀ ਆਉਂਦੀ, ਮਹਿਲ ਕੀ ਉਸਾਰੇਗਾ। ਜਿਹਨੂੰ ਜੀਵਨ ਹੀ ਨਹੀਂ ਜੀਵਨ ਆਇਆ, ਉਹ ਮਰਨਾ ਵੀ ਕਿਵੇਂ ਸਵਾਰ ਸਕਦਾ ਆਪਣਾ, ਕਦੇ ਵੀ ਨਹੀਂ ਸਵਾਰ ਸਕਦਾ। ਜਿਸ ਦਰਜੀ ਨੂੰ ਕੱਪੜਾ ਹੀ ਕੱਟਣਾ ਨਹੀਂ ਆਉਂਦਾ, ਸਿਲਾਈਆਂ ਕੀ ਮਾਰੇਗਾ ਉਹ ਕਿਵੇਂ ਸੀਵੇਗਾ ਕੋਈ ਵਧੀਆ ਸੂਟ ਕੱਪੜਾ। ਕੋਈ ਵੀ ਕਾਰਜ ਹੈ, ਸ਼ੁਰੂਆਤ ਹੀ ਨਹੀਂ ਜਿਹਨੂੰ ਪਤਾ, ਉਹ ਕਿਵੇਂ ਉਹਨੂੰ ਖਤਮ ਕਰੇਗਾ। ਇਸੇ ਤਰ੍ਹਾਂ ਸਾਨੂੰ ਅਜੇ ਜੀਵਨ ਜੀਵਣਾ ਹੀ ਨਹੀਂ ਆਇਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਿਆ ਜੀਵਨ ਕਿਵੇਂ ਜੀਵਣਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਜੀਵਨ ਜੀਵਨਾ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰਿ ਨਾਮ ਧਿਆਵੈ। ਤੇ ਮਾਫ ਕਰਨਾ, ਅਸੀਂ ਵੀ ਤੁਹਾਡੇ ਵਿੱਚ ਹਾਂ। ਆਪਾਂ ਕਿੰਨਾ ਕੁ ਅੰਮ੍ਰਿਤ ਵੇਲੇ ਉੱਠਦੇ ਹਾਂ, ਕਿੰਨਾ ਕੁ ਨਾਮ ਜਪਦੇ ਹਾਂ, ਕਿੰਨਾ ਕੁ ਸਾਡਾ ਮੂਲ ਮੰਤਰ ਦਾ ਅਭਿਆਸ ਹੈ। ਅਜੇ ਤੇ ਸਾਡੀ ਸ਼ੁਰੂਆਤ ਹੀ ਨਹੀਂ, ਸਾਨੂੰ ਜੀਵਨ ਦੀ ਜੁਗਤ ਹੀ ਨਹੀਂ ਆਈ। ਮਰਨਾ ਸਵਾਸ ਹੀ ਸਿੱਖਣਾ ਹੈ। ਜੋ ਜੀਵਨ ਮਰਨਾ ਜਾਣੈ, ਜਿਹਨੂੰ ਇਹ ਜੁਗਤੀ ਆ ਗਈ, ਸੋ ਪੰਚ ਸੈਲ ਸੁਖ ਮਾਨੈ। ਪੰਚ ਮੈਨੇ ਉਹ ਸੰਤ, ਪੰਚ ਪਰਵਾਨ ਪੰਚ ਪ੍ਰਧਾਨ ਸੰਤ ਗੁਰਮੁਖ। ਸੈਲ ਮੈਨੇ ਪੱਥਰ ਪਹਾੜ, ਸੈਲ ਪੱਥਰ ਨੂੰ ਪਹਾੜ ਨੂੰ ਕਹਿੰਦੇ ਨੇ। ਉਹਨਾਂ ਨੂੰ ਉਹ ਸੁੱਖ ਮਿਲ ਜਾਂਦਾ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ। ਪਹਾੜ ਦਾ ਤਾਂ ਇੱਥੇ ਜ਼ਿਕਰ ਕੀਤਾ, ਉਹ ਸੁੱਖ ਜਿਹੜਾ ਕਦੇ ਟੁੱਟਦਾ ਨਹੀਂ। ਉਹ ਆਨੰਦ ਜਿਹੜਾ ਆਰੇ ਥੱਲੇ ਵੀ ਟੁੱਟਦਾ ਨਹੀਂ। ਆਰਾ ਚੱਲ ਰਿਹਾ ਸੀਸ ਤੇ ਉਸ ਸਮੇਂ ਭਾਈ ਮਤੀ ਦਾਸ ਜੀ ਕਹਿੰਦੇ ਕਿ ਜਿਹੜਾ ਆਰਾ ਚੱਲਦਾ ਚੱਲੇ, ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਉਹਨਾਂ ਨੇ ਉਹ ਬਚਨ ਆਖੇ। ਉਹ ਐਸਾ ਸੁੱਖ ਪਹਾੜ ਵਰਗਾ ਜਿਹੜਾ ਖਤਮ ਨਹੀਂ ਹੁੰਦਾ, ਉਹ ਆਤਮਕ ਆਨੰਦ ਉਹ ਗੁਰਮੁਖ ਮਾਣਦੇ ਨੇ। ਕਬੀਰੈ ਸੋ ਤਨ ਪਾਇਆ, ਹਰ ਭੇਟ ਤਾ ਮਿਟਾਇਆ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਹ ਆਤਮਕ ਰੂਹਾਨੀ ਧਨ ਨੂੰ ਪਾ ਲਿਆ ਹੈ। ਕਬੀਰੈ ਸੋ ਧਨ ਪਾਇਆ, ਹਰ ਭੇਟਤ ਆਪ ਮਿਟਾਇਆ। ਪਰ ਉਹ ਮਿਲਿਆ ਕਿਵੇਂ ਹੈ? ਆਪਾਂ ਆਪ ਮਿਟਾ ਦਿੱਤਾ ਵੀ ਮੈਂ ਕੁਝ ਵੀ ਨਹੀਂ ਹਾਂ। ਹੇ ਵਾਹਿਗੁਰੂ ਨਿਰੰਕਾਰ ਤੂੰ ਹੈ। ਤਾਂ ਉਸ ਵਾਹਿਗੁਰੂ ਨਾਲ ਭੇਟ ਹੋ ਗਈ, ਉਹਦੇ ਨਾਲ ਮਿਲਾਪ ਹੋ ਗਿਆ। ਹਰ ਭੇਟਤ ਆਪ ਮਿਟਾਇਆ, ਆਪਾ ਮਿਟਾਤਾ। ਰੱਬ ਨਾਲ ਮਿਲਾਪ ਹੋ ਜਾਂਦਾ। ਜਦੋਂ ਸਿੱਖ ਨੇ ਆਪਾ ਮਿਟਾਤਾ ਤਾਂ ਗੁਰੂ ਦੇ ਵਿੱਚ ਲੀਨ ਹੋ ਜਾਂਦਾ। ਸਤਿਗੁਰੂ ਜੀ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਅੱਜ ਦਾ ਜੋ ਪਾਵਨ ਦਿਹਾੜਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਆਪਾ ਭਾਵ ਮਿਟਾਇਆ, ਸੇਵਾ ਕੀਤੀ। ਭਾਵੇਂ ਦੇਖੋ ਗੁਰੂ ਘਰ ਨਾਲ
ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਕੁੜਮ ਲੱਗਦੇ ਨੇ ਗੁਰੂ ਅੰਗਦ ਦੇਵ ਜੀ ਦੇ। ਪਰ ਆਪਾ ਭਾਵ ਮਿਟਾ ਕੇ ਦੇਖੋ ਉਹੀ ਰੂਪ ਹੋ ਗਏ, ਨਿਰੰਕਾਰ ਦਾ ਹੀ ਰੂਪ ਹੋ ਗਏ। ਅੱਜ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਆਇਆ, ਉਹ ਵੀ ਮਹਾਰਾਜ ਕਹਿੰਦੇ ਸੇਵਕ ਸੇਵ ਕਰੈ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਸੋ ਗੁਰਮੁਖੋ ਆਪਾ ਭਾਵ ਮਿਟਾਈਏ, ਸ਼ਬਦ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਤਾਂ ਜੋ ਸਾਡਾ ਇਹ ਸੰਸਾਰ ਵਿੱਚ ਆਇਆ ਹੋਇਆ ਲੇਖੇ ਵਿੱਚ ਲੱਗ ਜਾਵੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।